ਸਿੰਘ ਪੜਵੋਲ ਕਠੂਏ ਵੱਲ ਨੂੰ ਹੋ ਤੁਰੇ। ਹਿੰਦੂ ਪਹਾੜੀਆਂ ਨੇ ਵੀ ਸਿੰਘਾਂ ਦਾ ਰਾਹ ਰੋਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤ ਸਿੰਘਾਂ ਸੋਚਿਆ ਕਿ ਪੜੋਲ ਕਠੂਏ ਵੱਲ ਵੱਧ ਚਲੋ। ਪਠਾਨਕੋਟੋਂ ਪੱਛਮ ਬਾਹੀ ਵਿੱਚ 24 ਕਿਲੋਮੀਟਰ ਦੀ ਵਿੱਥ ਤੇ ਬੈਂਜੂ ਨਦੀ ਦੇ ਕੰਢੇ ਤੇ ਸਥਿਤ ਹੈ। ਕਠੂਆ ਪੜੋਲ ਤੋਂ 11 ਕਿਲੋਮੀਟਰ ਚੜ੍ਹਦੇ ਵਿੱਚ ਰਾਵੀ ਦਰਿਆ ਦੇ ਸੱਜੇ ਕੰਢੇ ਲਾਗੇ ਹੈ। ਇਹ ਪਹਾੜੀ ਹਿੰਦੂ ਹਨ। ਅਸੀਂ ਇਹਨਾਂ ਸਿਰੋਂ ਤੁਰਕਾਨੀ ਜ਼ੁਲਮ ਦੀ ਛੱਟ ਲਾਈ ਹੋਈ ਹੈ। ਇਹ ਸਾਡੀ ਸਹਾਇਤਾ ਜ਼ਰੂਰ ਕਰਨਗੇ। ਪਰ ਸਿੰਘਾਂ ਦਾ ਇਹ ਭੋਲਾਪਨ ਸੀ। ਇਹ ਪਹਾੜੀਏ ਸਿੰਘਾਂ ਦੇ ਕਿੱਧਰ ਦੇ ਯਾਰ ਸਨ। ਬਹੁਤ ਚਿਰ ਨਹੀਂ ਸੀ ਹੋਇਆ, ਅਜੇ ਕੱਲ ਦੀ ਗੱਲ ਸੀ ਕਿ ਜਦ ਤੁਰਕਾਂ ਨੇ ਇਹਨਾਂ ਦਾ ਜਿਉਣਾ ਹਰਾਮ ਕਰ ਛੱਡਿਆ ਸੀ। ਇਹਨਾਂ ਦੀਆਂ ਇੱਜ਼ਤਾਂ ਪੈਰਾਂ ਵਿੱਚ ਰੋਲਦੇ ਸਨ। ਨਵੇਂ ਸੂਰਜ, ਨਵੇਂ ਅਤਿਆਚਾਰ ਇਹਨਾਂ ਉੱਤੇ ਢਾਹ ਰਹੇ ਸਨ। ਤਾਂ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਪਾਸ ਸਹਾਇਤਾ ਲਈ ਗੁਰੂ ਦਾ ਵਾਸਤਾ ਪਾ ਕੇ ਫਰਿਆਦ ਕੀਤੀ। ਜਦ ਸਿੰਘ ਸਾਹਿਬ ਨੇ ਇਹਨਾਂ ਦੇ ਵੈਰੀ ਸੋਧ ਕੱਢੇ ਤਾਂ ਸਿਰ ਪਈ ਬਿਪਤਾ ਟਲ ਗਈ ਤੋਂ ਪਿੱਛੋਂ ਇਹ ਉਸ ਦੀ ਜਾਨ ਦੇ ਹੀ ਪਿੱਛੇ ਪੈ ਗਏ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਕਈ ਸਿੰਘ ਧੋਖੇ ਨਾਲ ਵੈਰੀਆਂ ਨੂੰ ਫੜਵਾ ਕੇ ਮਰਵਾ ਦਿੱਤੇ ਸਨ। ਭੋਲੇ ਖਾਲਸੇ ਇਹ ਸਭ ਕੁਝ ਭੁੱਲ ਭੁਲਾ ਕੇ ਤੇ ਪੜੋਲ ਬਸੋਲੀ ਦੀਆਂ ਪਹਾੜੀਆਂ ਵੱਲ ਨੂੰ ਹੋਏ ਕਿ ਪਹਾੜੀ ਹਿੰਦੂ ਇਹਨਾਂ ਦਾ ਅਹਿਸਾਨ ਮੰਨਦੇ ਹੋਏ ਆਸਰਾ ਦੇਣਗੇ। ਪਰ ਪਹਾੜੀਏ ਮਿੱਤ ਕਿਸਕੇ ਤੇ ਉਤੋਂ ਲਖਪਤ ਨੇ ਜਈਆ ਖਾਨ ਤੋਂ ਪਹਿਲਾਂ ਹੀ ਸਖਤ ਹੁਕਮ ਭਿਜਵਾ ਕੇ ਸਿੰਘਾਂ ਵਿਰੁੱਧ ਪ੍ਰਬੰਧ ਕਰ ਛੱਡਿਆ ਸੀ। ਸਿੰਘ ਪਹਾੜਾਂ ਵੱਲ ਚੜ੍ਹਨ ਲੱਗੇ ਤਾਂ ਅੱਗੇ ਪਹਾੜੀਆਂ ਨੇ ਪਰੇ ਨਜ਼ਰ ਆਏ ਜੋ ਉੱਥੇ ਹਕੂਮਤੀ ਹੁਕਮ ਅਧੀਨ ਮਿੱਥ ਕੇ ਇਕੱਠੇ ਹੋਏ ਸਨ। ਮੁਸੀਬਤਾਂ ਝਾਕਦੇ ਸਿੰਘਾਂ ਸਮਝਿਆ ਕਿ ਇਹ ਪਹਾੜੀਏ ਸਾਨੂੰ ਲੈਣ ਲਈ ਅਗਲਵਾਂਢੀ ਆਏ ਹਨ। ਸੋ ਸਿੰਘ ਬੇਖਟਕੇ ਉਹਨਾਂ ਵੱਲ ਵੱਧ ਗਏ। ਪਰ ਜੋ ਵੀ ਸਿੰਘ ਉਹਨਾਂ ਪਹਾੜੀਆਂ ਦੇ ਕਾਬੂ ਆਏ ਥਾਂ ਤੇ ਮਾਰ ਦਿੱਤੇ ਗਏ। ਹੁਣ ਸਿੰਘਾਂ ਨੂੰ ਪਤਾ ਲੱਗਾ ਕਿ ਅਸੀਂ ਕੁਥਾਂ ਫਸੇ ਹੋਏ ਹਾਂ। ਸਾਹਮਣੇ ਪਹਾੜ ਹੈ ਜਿੱਥੇ ਪਹਾੜੀਏ ਬੰਦੂਕਾਂ, ਨੇਜ਼ੇ ਤੇ ਤਲਵਾਰਾਂ ਫੜੀ ਲੜਨ ਲਈ ਤਿਆਰ ਖੜੇ ਹਨ। ਪਿੱਛੋਂ ਲਖਪਤ ਮੌਤ ਦੀ ਕਾਂਗ ਬਣ ਕੇ ਚੜਿਆ ਆ ਰਿਹਾ ਹੈ ਤੇ ਕਿਤੇ ਪਲ ਭਰ ਲਈ ਵੀ ਚੈਨ ਨਹੀਂ ਲੈਣ ਦਿੰਦਾ। ਸਲਾਹ ਹੋਈ ਕਿ ਰਾਵੀ ਟੱਪ ਕੇ ਰਿਆੜਕੀ, ਮਾਝੇ, ਦੁਆਬੇ ਵੱਲ ਖਿੰਡ ਚੱਲੋ ਤੇ ਕਿਵੇਂ ਨਾ ਕਿਵੇਂ ਇਸ ਮੁਸ਼ਕਲ ਚੋਂ ਨਿਕਲੋ। ਫੇਰ ਕਦੇ ਇਕੱਠੇ ਹੋ ਕੇ ਲੱਖੂ ਨਾਲ ਸਿੰਝ ਲਵਾਂਗੇ। ਸੋ ਪਹਾੜੀਆਂ ਵੱਲੋਂ ਹਟ ਕੇ ਉਨੀ ਪੈਰੀ ਰਾਵੀ ਵੱਲ ਨੂੰ ਹੋਏ। ਅੱਗੇ ਸਰਕਾਰੀ ਫੌਜਾਂ ਰਾਹ ਰੋਕੀ ਖੜੀਆਂ ਸਨ। ਪਰ ਸਿੰਘ ਖੁੰਡੀਆਂ ਹੋ ਚੁੱਕੀਆਂ ਕਿਰਪਾਨਾਂ, ਟੁੱਟੀਆਂ ਭੱਜੀਆਂ ਕਮਾਨਾਂ, ਵਿੰਗੇ ਹੋ ਚੁੱਕੇ ਤੇ ਉਖਲੇ ਫਲਾਂ ਵਾਲੇ ਨੇਜੇ ਤਾਣ ਕੇ ਅਕਾਲ ਅਕਾਲ ਗਜਾ ਕੇ ਵੈਰੀਆਂ ਤੇ ਟੁੱਟ ਪਏ। ਸਿੰਘ ਇੰਨੇ ਜੋਸ਼ ਨਾਲ ਲੜੇ ਕਿ ਵੈਰੀ ਸੈਨਾ ਵਿੱਚ ਭਗਦੜ ਮਚ ਗਈ। ਬਹੁਤ ਸਾਰੇ ਹਥਿਆਰ ਖੋਹ ਲਏ ਤੇ ਲੜਾਈ ਦਾ ਰੰਗ ਹੀ ਬਦਲ ਗਿਆ। ਸਿੰਘ ਦੁਸ਼ਮਣ ਦੀਆਂ ਸਫਾਂ ਨੂੰ ਚੀਰ ਕੇ ਵਿੱਚ ਦੀ ਨਿਕਲ ਗਏ। ਸੂਰਮਿਆਂ ਲਖਪਤ ਦੀ ਵੀ ਭਾਲ ਕੀਤੀ ਕਿ ਜਾਂਦੇ ਜਾਂਦੇ ਉਸ ਦੇ ਵੀ ਹੱਥ ਧਵਾ ਦਈਏ, ਪਰ ਉਹ ਕਿਧਰੇ ਨਜ਼ਰ ਨਾ ਆਇਆ ਤੇ ਬਚ ਗਿਆ। ਖਾਲਸਾ ਅੱਗੇ ਵਧਿਆ ਪਰ ਰਾਵੀ ਨੇ ਡੱਕਾ ਪਾ ਦਿੱਤਾ। ਬਰਫ਼ ਦੇ ਪੱਗਰ ਨਾਲ ਦਰਿਆ ਵਿੱਚ ਚੜਾ ਆਇਆ ਹੋਇਆ ਸੀ। ਪਾਣੀ ਦਾ ਰੋੜ ਇੰਨਾ ਤਿੱਖਾ ਸੀ ਕਿ ਕੋਈ ਠੇਲ ਨਹੀਂ ਸਕਦਾ ਸੀ। ਸਲਾਹ ਹੋਈ ਕਿ ਕੁਝ ਸਿੰਘ ਜਾ ਕੇ ਗਾਹਣ ਦਾ ਪਤਾ ਕਰਨ। ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਏ ਦੇ ਛੋਟੇ ਦੋ ਭਰਾਵਾਂ ਨੇ ਹਿੰਮਤ ਕਰਕੇ ਰਾਵੀ ਵਿੱਚ ਘੋੜੇ ਸੁੱਟੇ ਕਿ ਗਾਹਣ ਦਾ ਪਤਾ ਕਰੀਏ। ਪਰ ਨਾ ਤਾਂ ਘੋੜਿਆਂ ਦਾ ਪਤਾ ਲੱਗਾ ਤੇ ਨਾ ਸਿੰਘਾਂ ਦਾ। ਇੱਥੋਂ ਰਾਵੀ ਪਾਰ ਹੋਣ ਦੀ ਸਲਾਹ ਛੱਡ ਦਿੱਤੀ ਗਈ। ਪਹਾੜੀਆਂ ਤੇ ਹੱਲਾ। ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਗੀ ਵਾਲੇ, ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ ਆਸ ਸਰਦਾਰਾਂ ਨੇ ਮਸ਼ਵਰਾ ਕਰਕੇ ਸਿੰਘਾਂ ਨੂੰ ਲਲਕਾਰ ਕੇ ਕਿਹਾ ਕਿ ਡੁੱਬ ਕੇ ਮਰਨ ਨਾਲੋਂ ਸਾਹਮਣੇ ਮੱਥਾ ਲਾ ਮਰਨਾ ਚੰਗਾ ਹੈ। ਇਹ ਸੁਣ ਕੇ ਸਭ ਖਲੋ ਗਏ। ਸੋਚਿਆ ਕਿ ਇਸ ਵੇਲੇ ਲਖਪਤ ਰਾਏ ਨਾਲੋਂ ਪਹਾੜੀਆਂ ਨੂੰ ਜਿੱਤ ਕੇ ਰਸਤਾ ਸਾਫ਼ ਕਰ ਲੈਣਾ ਸੌਖਾ ਹੈ। ਸੋ ਸਤਿ ਸ੍ਰੀ ਅਕਾਲ ਗਜਾ ਕੇ ਪਹਾੜੀਆਂ ਉੱਤੇ ਹੱਲਾ ਬੋਲ ਦਿੱਤਾ ਅਤੇ ਇੱਕ ਮੋਰਚਾ ਸਰ ਕਰਕੇ ਇੱਕ ਪਹਾੜੀ ਤੇ ਕਬਜ਼ਾ ਵੀ ਕਰ ਲਿਆ। ਫਿਰ ਇੱਕ ਹੋਰ ਮੋਰਚੇ ਤੋਂ ਪਹਾੜੀਆਂ ਨੂੰ ਕੱਟ ਵੱਢ ਕੇ ਨਾਲ ਦੀ ਉਚਾਈ ਵੀ ਕਾਬੂ ਕਰ ਲਈ।
ਪਰ ਔਖੀ ਗੱਲ ਇਹ ਸੀ ਕਿ ਸਿੱਧੀਆਂ ਪਹਾੜੀਆਂ ਤੇ ਘੋੜਿਆਂ ਦੇ ਚੜ੍ਹਨ ਲਈ ਕੋਈ ਰਾਹ ਖੈੜਾ ਨਹੀਂ ਸੀ। ਕੇਵਲ ਪੈਦਲ ਹੀ ਪਹਾੜ ਉੱਤੇ ਚੜ੍ਹ ਸਕਦੇ ਸਨ। ਘੋੜਿਆਂ ਲਈ ਬਹੁਤ ਔਖ ਸੀ। ਅੱਗੋਂ ਪਹਾੜੀਆਂ ਨੇ ਫਿਰ ਇਕੱਠੇ ਹੋ ਕੇ ਬੜੇ ਜ਼ੋਰ ਨਾਲ ਹੱਲਾ ਕਰ ਦਿੱਤਾ। ਪਹਾੜੀਏ ਉੱਚੇ ਥਾਂ ਤੇ ਸਨ ਤੇ ਸਿੰਘ ਹੇਠੋਂ ਉਤਾਂ ਚੜ੍ਹਨ ਦਾ ਯਤਨ ਕਰਦੇ ਸਨ। ਸੋ ਉਹ ਉੱਤੋਂ ਗੋਲੀਆਂ, ਤੀਰਾਂ, ਪੱਥਰਾਂ ਦਾ ਮੀਂਹ ਵਰਾ ਕੇ ਸਿੰਘਾਂ ਦਾ ਬਹੁਤ ਨੁਕਸਾਨ ਕਰ ਰਹੇ ਸਨ। ਸਿੰਘ ਕੁਥਾਵੇਂ ਫਾਥੇ ਫੱਟੜ ਹੋ ਕੇ ਬਿਫਰੇ ਸ਼ੇਰ ਵਾਂਗ ਟੁੱਟ ਪਏ ਤੇ ਦੋ ਟਿੱਬੇ ਉਹਨਾਂ ਪਾਸੋਂ ਛੁਡਾ ਲਏ, ਪਰ ਘੋੜੇ ਉਤਾਂ ਨਾ ਚੜ ਸਕਣ। ਤਲਵਾਰਾਂ ਤੇ ਨੇਜਿਆਂ ਨਾਲ ਪੁੱਟ-ਪੁੱਟ ਕੇ ਘੋੜਿਆਂ ਦੇ ਪੌੜ ਧਰਨ ਲਈ ਰਸਤਾ ਬਣਾਉਣ, ਪਰ ਇਸ ਸਿੱਧੀ ਚੜ੍ਹਾਈ ਤੇ ਕੋਈ ਵਿਰਲਾ ਹੀ ਚੜ ਸਕੇ ਤੇ ਬੇਅੰਤ ਘੋੜੇ ਹੇਠ ਖੱਡਾਂ ਵਿੱਚ ਡਿੱਗ ਪਏ ਤੇ ਕਈਆਂ ਨੂੰ ਜੋ ਉੱਪਰ ਚੜ ਰਹੇ ਸਨ ਨਾਲ ਲੈ ਡਿੱਗੇ। ਜੋ ਥੋੜੇ ਬਹੁਤੇ ਚੜੇ, ਪਹਾੜ ਦੀ ਵੱਖੀ ਤੇ ਇੱਕ ਟੇਢਾ ਜਿਹਾ ਰਾਹ ਵੇਖ ਕੇ ਉਸ ਰਾਹੇ ਅੱਗੇ ਨੂੰ ਹੋਏ। ਇਸ ਪਹਾੜੀ ਨੂੰ ਦਰਿਆ ਨੇ ਢਾਹ ਲਾ ਕੇ ਵਿੱਚ ਸੁੱਟ ਕੇ ਸਾਰਾ ਪਾਸਾ ਸਿੱਧੀ ਕੰਧ ਵਾਂਗ ਕੀਤਾ ਹੋਇਆ ਸੀ। ਇਥੋਂ ਰਾਹ ਅੱਗੇ ਕਿਸੇ ਪਾਸੇ ਨਾ ਜਾਵੇ ਤੇ ਇਸ ਵੱਖੀ ਤੇ ਚੋਖੀ ਭੀੜ ਹੋ ਗਈ। ਅਗਲੇ ਅਗਾਂਹ ਨਾ ਹਿੱਲ ਸਕਣ, ਕਿਉਂਕਿ ਪਹਾੜ ਦਾ ਪਾਸਾ ਹੇਠਾਂ ਨੂੰ ਸਿੱਧਾ ਹੀ ਵੱਢਿਆ ਹੋਇਆ ਸੀ। ਪਹਾੜ ਦੀ ਖੱਬੇ ਪਾਸੇ ਵਾਲੀ ਚੜ੍ਹਾਈ ਵੀ ਸਿੱਧੀ ਹੀ ਸੀ। ਇਸ ਵੱਲ ਘੋੜਿਆਂ ਨੂੰ ਲੈ ਕੇ ਚੜ੍ਹਨਾ ਵੀ ਬੜਾ ਔਖਾ ਸੀ। ਪਿਛਲੇ ਜੋ ਹੇਠੋਂ ਉਤਾਂ ਨੂੰ ਆ ਰਹੇ ਸਨ ਉਹ ਪਿਛਾਂਹ ਨਾ ਮੁੜ ਸਕਣ। ਚੜ੍ਹਾਈ ਨਾਲੋਂ ਘੋੜਿਆਂ ਲਈ ਉਤਰਾਈ ਬਹੁਤੀ ਕਠਿਨ ਸੀ। ਇਸ ਉੱਚੇ ਥਾਂ ਤੋਂ ਕਈ ਘੋੜੇ ਥੱਲੇ ਡਿੱਗਦੇ ਹੋਏ ਉਹਨਾਂ ਸਿੰਘਾਂ ਨੂੰ ਵੀ ਨਾਲ ਦਰਿਆ ਵਿੱਚ ਲੈ ਡਿੱਗੇ ਜੋ ਉਹਨਾਂ ਨੂੰ ਡਿੱਗਣੋਂ ਬਚਾਉਣ ਦਾ ਯਤਨ ਕਰ ਰਹੇ ਸਨ। ਬਹੁਤ ਸਾਰੇ ਸਿੰਘ ਤੇ ਘੋੜੇ ਇਸ ਥਾਂ ਦਰਿਆ ਦੀ ਭੇਟ ਚੜ੍ਹ ਗਏ। ਸਵਾਰ ਤੇ ਪੈਦਲ ਵੱਖ-ਵੱਖ ਰਾਹਾਂ ਉੱਤੇ ਕੋਈ ਚਾਰਾ ਨਾ ਚੱਲਦਾ ਵੇਖ ਕੇ ਇਹ ਮਤਾ ਸੋਧਿਆ ਕਿ ਜੋ ਕੋਈ ਪੈਦਲ ਹੈ ਉਹ ਤਾਂ ਹਿੰਮਤ ਕਰਕੇ ਪਹਾੜ ਉੱਤੇ ਚੜ੍ਹ ਜਾਵੇ ਅਤੇ ਜਿਵੇਂ ਬਣ ਪਵੇ ਆਪਣੇ ਆਪ ਨੂੰ ਬਚਾ ਕੇ ਕਿਧਰੇ ਨਿਕਲ ਜਾਵੇ। ਜੋ ਸਵਾਰ ਹਨ ਉਹ ਪਹਾੜੋਂ ਉਤਰ ਕੇ ਲਖਪਤ ਨਾਲ ਟਾਕਰਾ ਕਰਨ ਤੇ ਉਸ ਦੀਆਂ ਫੌਜਾਂ ਨੂੰ ਚੀਰ ਕੇ ਮਾਝੇ ਵੱਲ ਨੂੰ ਨਿਕਲ ਜਾਣ। ਇਸ ਫੈਸਲੇ ਤਹਿਤ ਪੈਦਲ ਤਾਂ ਪਹਾੜ ਵੱਲ ਉੱਪਰ ਨੂੰ ਵੱਧ ਕੇ, ਪਰ ਕਈ ਦਿਨਾਂ ਦਿਆਂ ਭੁੱਖਿਆਂ ਨੇ ਕੀਕਣ ਲੜ ਸਕਣਾ ਸੀ। ਇਹਨਾਂ ਤੋਂ ਪਹਾੜੀਏ ਜਿੱਤੇ ਨਾ ਜਾ ਸਕੇ ਤੇ ਬੇਸ਼ੁਮਾਰ ਸਿੰਘ ਪਹਾੜੀਆਂ ਦੇ ਹੱਥੋਂ ਮਾਰੇ ਗਏ। ਜੋ ਲੋਕ ਛਿਪ ਕੇ ਬਚੇ ਉਹ ਰੁਲਦੇ ਖੁਲਦੇ ਡਿੱਗਦੇ ਢਹਿੰਦੇ ਪਹਾੜੋਂ ਪਹਾੜ ਹਜ਼ਾਰਾਂ ਮੁਸੀਬਤਾਂ ਝਾਗਦੇ ਹੋਏ ਖੱਡਾਂ ਨਾਲਿਆਂ ਵਿੱਚ ਦੀ ਹੁੰਦੇ ਹੋਏ ਕੀਰਤਪੁਰ ਅੱਪੜ ਪਏ ਅਤੇ 6 ਮਹੀਨਿਆਂ ਮਗਰੋਂ ਪਤਾ ਕੱਢ ਆਪਣੇ ਜਥਿਆਂ ਵਿੱਚ ਜਾ ਰਲੇ। ਘੋੜਸਵਾਰ ਪਹਾੜੋਂ ਹੇਠਾਂ ਉਤਰ ਕੇ ਇੱਕ ਥਾਂ ਇਕੱਤਰ ਹੋਏ। ਪੰਥ ਦੇ ਅਸਲ ਸੂਰਮੇ ਘੋੜਿਆਂ ਵਾਲੇ ਹੀ ਸਨ। ਹੁਣ ਲਖਪਤ ਦੀ ਫੌਜ ਦੇ ਸਾਹਮਣੇ ਹੋਏ ਤੇ ਉਸ ਦੇ ਇੱਕ ਮੋਰਚੇ ਉੱਤੇ ਜਾ ਪਏ। ਭਾਵੇਂ ਗਿਣਤੀ ਪੱਖੋਂ ਹੁਣ ਇਹ ਆਟੇ ਵਿੱਚ ਲੂਣ ਬਰਾਬਰ ਵੀ ਨਹੀਂ ਸਨ, ਪਰ ਜਿਸ ਤੁੰਦੀ ਨਾਲ ਇਹ ਫੌਜ ਤੇ ਪਏ, ਫੌਜ ਬਹੁਤਾ ਚਿਰ ਅੜ ਨਾ ਸਕੀ। ਮੋਰਚਾ ਛੱਡ ਕੇ ਬਹੁਤ ਸਾਰਾ ਹਥਿਆਰ ਪੱਤਾ ਤੇ ਘੋੜੇ ਖੁਆ ਕੇ ਪਿਛਾਂਹ ਹਟ ਗਈ। ਲਖਪਤ ਨੂੰ ਇਸ ਪਾਸੇ ਵਾਲੀ ਫੌਜ ਦੇ ਮਾਰ ਖਾਣ ਤੇ ਘੋੜੇ ਖੁਆ ਲੈਣ ਦੀ ਖਬਰ ਮਿਲੀ ਤਾਂ ਬੜਾ ਲੋਹਾ ਲਾਖਾ ਹੋਇਆ, ਪਰ ਕਰੇ ਕੀ। ਉਸਨੇ ਫਿਰ ਸਫਬੰਦੀ ਕੀਤੀ। ਘੋੜਿਆਂ ਵਾਲੀਆਂ ਤੋਪਾਂ ਅੱਗੇ ਕੀਤੀਆਂ, ਉਹਨਾਂ ਤੋਂ ਮਗਰ ਰੱਥਾਂ ਵਾਲੀਆਂ ਪਈਆਂ ਵਾਲੀਆਂ ਤੋਪਾਂ ਲਾਈਆਂ ਤੇ ਇਹਨਾਂ ਤੋਂ ਪਿੱਛੋਂ ਜੰਬੂਰੇ ਰਹਿਕਲੇ ਸਿੰਘਾਂ ਵੱਲ ਸਿੰਨੇ। ਸਾਰਿਆਂ ਤੋਂ ਪਿੱਛੇ ਘੋੜ ਸਵਾਰ, ਬਰਕ ਅੰਦਾਜ਼ ਪਿਆਦਾ ਫੌਜ ਤੇ ਮੁਲਖਈਆ। ਸਿੰਘਾਂ ਨੂੰ ਘੇਰ ਕੇ ਮਾਰਨ ਲਈ ਜੰਮੂ ਦੀ ਧਰਤੀ ਤੇ ਇਹ ਮੱਕੜੀ ਜਾਲ ਬੁਣਿਆ ਗਿਆ, ਪਰ ਉਹ ਇਹਨਾਂ ਵਲਾਵਿਆਂ ਤੇ ਜਾਲਾਂ ਵਿੱਚ ਕਦ ਫਸਣ ਵਾਲੇ ਸਨ। ਸਿੰਘ ਭੱਜਦੇ ਇੱਕਦਮ ਮੁੜ ਕੇ ਲੜਾਈ ਕਰਨ ਲੱਗ ਪੈਣ ਤੇ ਜਦ ਨੂੰ ਸਰਕਾਰੀ ਫੌਜ ਖਲੋ ਕੇ ਸਫਬੰਦੀ ਕਰਕੇ ਉਹਨਾਂ ਦੇ ਟਾਕਰੇ ਲਈ ਤਿਆਰ ਹੋ ਸਕੇ, ਉਹ ਆਪਣਾ ਵੱਤਰ ਵਾਹ ਕੇ ਐਸੇ ਥਾਂ ਜਾ ਲੁਕਣ ਜਿੱਥੇ ਫੌਜ ਛੇਤੀ ਨਾਲ ਪਹੁੰਚ ਹੀ ਨਾ ਸਕੇ। ਇਹ ਅਸਾਵੀਂ ਲੜਾਈ ਸੀ। ਇਸ ਵਿੱਚ ਲੜਦੇ ਵੈਰੀ ਦਾ ਆਪਣੇ ਨਾਲੋਂ ਕਈ ਗੁਣਾ ਜ਼ਿਆਦਾ ਨੁਕਸਾਨ ਕਰਕੇ ਅਨੇਕਾਂ ਸਿੰਘ ਸ਼ਹੀਦ ਹੋ ਗਏ, ਪਰ ਲਖਪਤ ਰਾਏ ਨੂੰ ਕੋਈ ਖਾਸ ਸਫਲਤਾ ਪ੍ਰਾਪਤ ਨਾ ਹੋਈ। ਸਿੰਘ ਅਜੇ ਵੀ ਉਸ ਦੇ ਘੇਰੇ ਵਿੱਚ ਸਨ
ਤੇ ਇਹ ਘੇਰਾ ਕੋਹਾਂ ਵਿੱਚ ਫੈਲਿਆ ਹੋਇਆ ਸੀ ਤੇ ਉਹ ਇਸ ਘੇਰੇ ਨੂੰ ਪਲੋ ਪਲੀ ਕੱਸਦਾ ਜਾ ਰਿਹਾ ਸੀ। ਸਿੰਘ ਇਸ ਵੇਲੇ ਡਾਢੀ ਬਿਪਤਾ ਦੇ ਮੂੰਹ ਆਏ ਹੋਏ ਸਨ। ਖਾਣ ਪੀਣ ਨੂੰ ਤਾਂ ਰਸਤ ਪਾਣੀ ਅੱਗੇ ਹੀ ਕੋਲ ਨਹੀਂ ਸੀ। ਕੋਈ ਸਮਾਂ ਨਹੀਂ ਸੀ ਮਿਲਦਾ ਕਿ ਖੁੰਡੀਆਂ ਹੋ ਚੁੱਕੀਆਂ ਤਲਵਾਰਾਂ ਤਿੱਖੀਆਂ ਕਰ ਲੈਣ, ਨੇਜ਼ਿਆਂ ਭਾਲਿਆਂ ਦੀ ਜੜ ਜੜਾਈ ਹੋ ਜਾਵੇ। ਕਈਆਂ ਦੇ ਫਲ ਵੈਰੀਆਂ ਦੇ ਸਰੀਰਾਂ ਵਿੱਚ ਹੀ ਰਹਿ ਗਏ ਸਨ ਜਾਂ ਕਈ ਸਾਹਮਣੀਆਂ ਚੋਟਾਂ ਨਾਲ ਝੜ ਚੁੱਕੇ ਸਨ। ਕਈਆਂ ਦੇ ਹੱਥਾਂ ਵਿੱਚ ਤਾਂ ਫਲਾਂ ਤੋਂ ਬਗੈਰ ਲੰਮੇ ਲੰਮੇ ਸੋਟੇ ਹੀ ਸਨ। ਖਾਲੀ ਹੋ ਚੁੱਕੇ ਪੱਥੇ ਕਿੱਥੋਂ ਭਰੇ ਜਾਣ। ਕਈਆਂ ਦੀਆਂ ਕਮਾਨਾਂ ਹੀ ਟੁੱਟ ਚੁੱਕੀਆਂ ਸਨ। ਇਹਨਾਂ ਨੂੰ ਮੁਰੰਮਤ ਕਰਨ ਦਾ ਨਾ ਸਮਾਂ ਸੀ ਨਾ ਕੋਈ ਸਾਧਨ। ਦਾਣੇ ਪੱਠੇ ਬਿਨਾਂ ਘੋੜਿਆਂ ਦੇ ਪੇਟ ਲੱਕਾਂ ਨੂੰ ਜਾ ਲੱਗੇ ਸਨ। ਉੱਪਰੋਂ ਵਿਸਾਖ ਦੇ ਮਹੀਨੇ ਦੇ ਪਿਛਲੇ ਪੱਖ ਦੀ ਧੁੱਪ ਨੰਗਿਆਂ ਪਿੰਡਿਆਂ ਨੂੰ ਸਾੜ ਰਹੀ ਸੀ। ਛਕਣ ਛਕਾਉਣ ਨੂੰ ਤਾਂ ਇੱਕ ਪਾਸੇ ਰਿਹਾ, ਇਸ ਕਾਛੜ ਤੇ ਝੱਲ ਦੀ ਓਬੜ ਖੋਬੜ ਧਰਤੀ ਤੇ ਪੀਣ ਨੂੰ ਪਾਣੀ ਵੀ ਔਖਾ ਲੱਭਦਾ ਸੀ। ਸਿਆਣੇ ਕਿਹਾ ਕਰਦੇ ਹਨ ਕਿ ਅੱਧੀ ਮੌਤ ਮੁਸਾਫਰੀ, ਸਾਰੀ ਮੌਤ ਸੁਭੁੱਖ। ਪਰ ਖਾਲਸੇ ਲਈ ਤਾਂ ਹੁਣ ਦੋਵੇਂ ਹੀ ਆਣ ਇਕੱਠੀਆਂ ਹੋਈਆਂ ਸਨ। ਉੱਤੋਂ ਦੁਸ਼ਮਣ ਚਫੇਰਿਓਂ ਮੌਤ ਵਰਗੀ ਅੱਗ ਵਰਾਉਂਦਾ ਚੱਲਿਆ ਆ ਰਿਹਾ ਸੀ। ਤੋਪਾਂ ਦੀ ਧੜ ਧੜ, ਗੋਲਿਆਂ ਨਾਲ ਲੱਗ ਕੇ ਮੱਚਦੀ ਝੱਲਦੀਆਂ ਸੜ ਸੜ ਦੀਆਂ ਆਵਾਜ਼ਾਂ, ਢੋਲਾਂ ਨਗਾਰਿਆਂ ਦੀ ਦੈਂਗੜ ਦੈਂਗੜ, ਵੈਰੀ ਸੈਨਾ ਦੇ ਸੂਰਮਿਆਂ ਦੇ ਅੱਲਾਹੂ ਅਕਬਰ ਤੇ ਜਾ ਅਲੀ ਦੇ ਅਸਮਾਨ ਗੁੰਜਾਊ ਅਤੇ ਸ਼ੂਕ ਦੀਆਂ ਗੋਲੀਆਂ ਤੇ ਘੋੜਿਆਂ ਦੀ ਹਿਣਹਿਣਾਹਟ ਨਾਲ ਕਿਆਮਤ ਵਰਗਾ ਸਮਾਂ ਬਣਿਆ ਹੋਇਆ ਸੀ। ਦੂਜੇ ਪਾਸੇ ਸਿੰਘਾਂ ਨੂੰ ਸਿਰਫ ਅਕਾਲ ਪੁਰਖ ਦਾ ਆਸਰਾ ਸੀ ਜੋ ਉਹਨਾਂ ਦੇ ਮਨੋਬਲ ਤੇ ਹੱਠ ਦਾ ਆਧਾਰ ਸੀ। ਜੰਗੀ ਸਾਜੋ ਸਮਾਨ ਦੀ ਥੋੜ ਘਾਟ ਤੇ ਢਿੱਡੋਂ ਭੁੱਖੇ ਹੁੰਦੇ ਹੋਏ ਵੀ ਵੈਰੀ ਨੂੰ ਲੋਹੇ ਦੇ ਚਨੇ ਚਬਾ ਰਹੇ ਸਨ। ਮੌਤ ਨੂੰ ਸਾਹਮਣੇ ਵੇਖ ਕੇ ਵੀ ਚੜ੍ਹਦੀ ਕਲਾ ਵਿੱਚ ਸਨ। ਛੱਤੀ ਪਦਾਰਥਾਂ ਨਾਲ ਲੇੜ ਕੇ ਮਾਇਆ ਦੀ ਰੇਲ ਪਿਲ ਸਦਕਾ ਬੇਫਿਕਰੀ ਨਾਲ ਫੋਮ ਦੇ ਗੱਦਿਆਂ ਤੇ ਲੇਟਣ ਵਾਲਾ ਤਾਂ ਹਾਲ ਚਾਲ ਪੁੱਛਣ ਤੇ ਕਹੇਗਾ ਕਿ ਚੜ੍ਹਦੀ ਕਲਾ ਵਿੱਚ ਹਾਂ, ਪਰ ਸਿੰਘਾਂ ਵਾਲੀ ਉੱਪਰ ਦੱਸੀ ਚੜ੍ਹਦੀ ਕਲਾ ਤੇ ਇਸ ਦੂਜੀ ਚੜ੍ਹਦੀ ਕਲਾ ਵਿੱਚ ਕਿੰਨਾ ਅੰਤਰ ਹੈ, ਇਸ ਨੂੰ ਕੋਈ ਸਹੀ ਅਨੁਭਵ ਵਾਲਾ ਹੀ ਸਮਝ ਸਕਦਾ ਹੈ। ਮੌਤ ਨੂੰ ਸਾਖਸ਼ਾਤ ਸਾਹਮਣੇ ਤੱਕ ਕੇ ਕੀ ਮਜਾਲ ਕਿਸੇ ਨੇ ਦਿਲ ਡਲਾਇਆ ਹੋਵੇ। ਉਹ ਭੁੱਖੇ ਧਿਆਏ ਵੀ ਜਦ ਜਕਾਰੇ ਗੁਜਾਉਂਦੇ, ਪਹਾੜੀਆਂ ਤੇ ਜੰਗਲ ਵੇਲੇ ਗੂੰਜ ਉੱਠਦੇ। ਵੱਧ ਰਹੇ ਵੈਰੀ ਸੈਨਿਕਾਂ ਦੇ ਪੈਰ ਥੰਮ ਜਾਂਦੇ ਕਿ ਹੁਣ ਕੋਈ ਨਵੀਂ ਬਿਪਤਾ ਪੈਣ ਵਾਲੀ ਹੈ। ਇੱਕ ਵਾਰ ਤਰਥੱਲੀ ਮਚ ਜਾਂਦੀ, ਵੈਰੀ ਸੰਭਲ ਕੇ ਫਿਰ ਅੱਗੇ ਵੱਧਦਾ। ਇਹ ਅਤ ਕਠਨ ਸਮਾਂ ਵੇਖ ਕੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਿਆਂ ਨੇ ਦੂਜਿਆਂ ਸਰਦਾਰਾਂ ਨੂੰ ਕਿਹਾ ਕਿ ਹੁਣ ਲਖਪਤ ਰਾਏ ਤੇ ਹਮਲਾ ਕਰੀਏ। ਜਿੰਨਾ ਚਿਰ ਇਸ ਦੁਸ਼ਟ ਦੀ ਅਲਖ ਨਾ ਲੱਥੀ, ਇਸ ਨੇ ਮਗਰੋਂ ਨਹੀਂ ਲੈਣਾ ਤੇ ਇਹ ਟੈਂਟਾ ਨਹੀਂ ਮੁੱਕਣਾ। ਸੋ ਹੁਣ ਇਸ ਨੂੰ ਦਾਖੂ ਦਾਣਾ ਦੇ ਦਿੱਤਾ ਜਾਵੇ। ਮੈਂ ਮੂਹਰੇ ਲੱਗਦਾ ਹਾਂ, ਮੇਰੇ ਨਾਲ ਉਹ ਹੀ ਆਵੇ ਜਿਸ ਨੇ ਸਿਰ ਤਲੀ ਤੇ ਰੱਖ ਕੇ ਮਰਨ ਮਿਥ ਲਿਆ ਹੋਵੇ। ਝਟਪਟ ਸਿਰ ਲੱਥਾਂ ਦਾ ਇੱਕ ਤਕੜਾ ਜਥਾ ਨਿੱਤਰ ਪਿਆ। ਲਖਪਤ ਰਾਏ ਫੌਜ ਵਿੱਚ ਕਿੱਥੇ ਕੁ ਹੈ, ਇਸ ਦਾ ਪਤਾ ਕਰਨ ਲਈ ਸੂਏ ਅੱਗੇ ਭੇਜੇ। ਉਹਨਾਂ ਸੂਹ ਕੱਢ ਕੇ ਛੇਤੀ ਹੀ ਆਣ ਦੱਸਿਆ ਕਿ ਜੰਬੂਰਿਆਂ ਦੇ ਵਿਚਕਾਰ ਉਹ ਲਾਲ ਅੰਬਾਰੀ ਵਾਲੇ ਹਾਥੀ ਤੇ ਸਵਾਰ ਹੈ ਤੇ ਉਸ ਦੇ ਆਲੇ ਦੁਆਲੇ ਬੇਅੰਤ ਫੌਜ ਹੈ। ਇਹ ਖਬਰ ਪਾ ਕੇ ਸਿੰਘਾਂ ਨੇ ਜੋੜ ਕੇ ਧਾਵਾ ਬੋਲਿਆ ਤੇ ਸੁੱਖਾ ਸਿੰਘ ਇਹਨਾਂ ਸੂਰਮਿਆਂ ਦੀ ਅਗਵਾਈ ਕਰਦਾ ਹੋਇਆ ਲਖਪਤ ਦੀ ਸੇਧ ਕਰਕੇ ਅੱਗੇ ਵਧਿਆ। ਜੋ ਦੁਸ਼ਮਣ ਅੱਗੇ ਅੜਿਆ, ਗਾਜਰ ਮੂਲੀ ਵਾਂਗ ਕੱਟ ਕੇ ਭੁੰਜੇ ਸੁੱਟ ਦਿੱਤਾ। ਕਈਆਂ ਭੱਜ ਭੱਜ ਜਾਨਾਂ ਬਚਾਈਆਂ। ਸਰਦਾਰ ਸੁੱਖਾ ਸਿੰਘ ਨੇ ਲਖਪਤ ਨੂੰ ਦੂਰੋਂ ਵੇਖ ਕੇ ਲਲਕਾਰਿਆ ਕਿ ਕਰਾੜਾ, ਜੇ ਪਿਓ ਦਾ ਪੁੱਤ ਹੈ ਤਾਂ ਹੁਣ ਨੱਠੀ ਨਾ, ਜ਼ਰਾ ਮੈਦਾਨ ਵਿੱਚ ਦੋ ਹੱਥ ਕਰਕੇ ਜਾਵੀਂ। ਫਿਰ ਨੇਜ਼ੇ ਅੱਗੇ ਨੂੰ ਸਿੰਨ ਕੇ ਸਤਿ ਸ੍ਰੀ ਅਕਾਲ ਗਜਾਉਂਦਿਆਂ ਤੁਰੰਤ ਛੇੜ ਦਿੱਤੇ। ਲੜਾਈ ਬੜੀ ਗਹਿ ਗੱਚ ਹੋਈ। ਇਹਨਾਂ ਦੇ ਸਾਹਮਣੇ ਵਾਲੀ ਸੈਨਾ ਸਿੰਘਾਂ ਦੇ ਹੱਲੇ ਨੂੰ ਠੱਲ ਨਾ ਸਕੀ। ਸਰਦਾਰ ਸੁੱਖਾ ਸਿੰਘ ਤੇ ਉਸ ਦੇ ਸਿਰ ਲੱਥਾਂ ਨੂੰ ਆਪਣੇ ਵੱਲ ਆਉਂਦੇ ਵੇਖ ਕੇ ਲਖਪਤ ਰਾਏ ਇੰਨਾ ਡਰ ਗਿਆ ਕਿ ਹਾਥੀ ਤੋਂ ਉਤਰ ਕੇ ਝੱਟ ਘੋੜੇ ਤੇ ਸਵਾਰ ਹੋ ਕੇ ਪਛਾਣ ਨੂੰ ਹੋਇਆ। ਘੋੜਾ ਸ਼ਾਇਦ ਇਸੇ ਲਈ ਹਾਥੀ ਲਾ ਕੇ ਰੱਖਿਆ ਸੀ ਕਿ ਜੇ ਲੋੜ ਪਈ ਤਾਂ ਨੱਸ ਕੇ ਜਾਨ ਬਚਾ ਸਕੇ। ਇਸ ਜੰਗ ਤੇ ਸਾਰੀ ਮੁਹਿੰਮ ਦਾ ਪਾਸਾ ਪਲਟਣ ਹੀ ਵਾਲਾ ਸੀ
ਕਿ ਭਾਣਾ ਕਰਤਾਰ ਦਾ ਵਾਪਰਿਆ। ਜੰਬੂਰੇ ਦਾ ਇੱਕ ਗੋਲਾ ਸਰਦਾਰ ਸੁੱਖਾ ਸਿੰਘ ਦੇ ਆਣ ਲੱਗਾ, ਜਿਸ ਨੇ ਲੱਤ ਦੀ ਹੱਡੀ ਤੋੜ ਦਿੱਤੀ। ਉਹ ਇਸ ਜ਼ਖਮ ਨਾਲ ਬੇਹੱਬਲ ਹੋਣ ਕਰਕੇ ਲਖਪਤ ਤੱਕ ਅੱਪੜ ਨਾ ਸਕਿਆ। ਲਖਪਤ ਨੂੰ ਮੌਤ ਦੇ ਮੂੰਹੋਂ ਬਚਾਉਣ ਲਈ ਉਸ ਦੇ ਆਲੇ ਦੁਆਲੇ ਦੀ ਫੌਜ ਨੇ ਉਸ ਨੂੰ ਵਿਚਕਾਰ ਲੈ ਲਿਆ ਤੇ ਅੱਗੋਂ ਜੰਮ ਕੇ ਲੜਨ ਲੱਗ ਪਏ। ਹੁਣ ਮਲਮ ਪੱਟੀ ਦਾ ਵੇਲਾ ਨਹੀਂ ਸੀ ਤੇ ਨਾ ਹੀ ਪਿੱਛੇ ਹਟਣ ਦਾ। ਸੂਰਮੇ ਨੇ ਕਮਰ ਕੱਸੇ ਦੀ ਚਾਦਰ ਪਾੜ ਕੇ ਉਸ ਨਾਲ ਲੱਤ ਨੂੰ ਹੰਨੇ ਨਾਲ ਬੰਨ੍ਹ ਲਿਆ ਤੇ ਮਾਰੂ ਸੱਟ ਦਾ ਖਿਆਲ ਨਾ ਕਰਕੇ ਆਪਣੇ ਸਿਰ ਲੱਥ ਸਿੰਘਾਂ ਦੀ ਅਗਵਾਈ ਕਰਦਾ ਹੋਇਆ ਪਹਿਲਾਂ ਵਾਂਗ ਹੀ ਲੜਦਾ ਰਿਹਾ। ਜਿੱਥੇ ਦੁਸ਼ਮਣ ਨੂੰ ਜ਼ੋਰ ਫੜਦਾ ਵੇਖਦਾ, ਝੱਟ ਉੱਥੇ ਪੁੱਜ ਕੇ ਅਗਵਾਈ ਕਰਕੇ ਉਸ ਦਾ ਮੂੰਹ ਪਵਾ ਦਿੰਦਾ। ਉਧਰ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਚੜ੍ਹਤ ਸਿੰਘ, ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ, ਬਾਬਾ ਦੀਪ ਸਿੰਘ ਸ਼ਹੀਦ ਤੇ ਭੰਗੀ ਸਰਦਾਰ ਆਪਣੇ ਸੂਰਮੇ ਵਧਾਉਂਦੇ ਹੋਏ ਵੈਰੀ ਦਲ ਤੇ ਟੁੱਟ ਪਏ ਦੁਸ਼ਮਣ ਨੂੰ ਪਿੱਛੇ ਧੱਕ ਦਿੱਤਾ। ਇਸ ਲੜਾਈ ਵਿੱਚ ਦੀਵਾਨ ਲਖਪਤ ਰਾਏ ਦੇ ਪੁੱਤਰ ਹਰਭਜ ਰਾਏ, ਨਵਾਬ ਜਹੀਆ ਖਾਨ ਦੇ ਪੁੱਤਰ ਨਾਹਰ ਖਾਨ, ਸੈਫ ਅਲੀ ਫੌਜਦਾਰ, ਨਵਾਬ ਕਰਮ ਬਖਸ਼, ਰਸੂਲ ਨਗਰੀਏ ਤੇ ਮਿਰਜ਼ਾ ਹਿੰਮਤ ਬੇਗ ਆਦ ਸਰਕਾਰੀ ਫੌਜ ਦੀਆਂ ਸੂਰਮਿਆਂ ਨੇ ਸਿੰਘਾਂ ਵਿਰੁੱਧ ਵੱਧ ਕੇ ਹੱਲੇ ਕੀਤੇ ਤੇ ਆਪਣੀ ਜਵਾਨ ਮਰਦੀ ਦਾ ਸਬੂਤ ਦਿੱਤਾ। ਪਰ ਸਿੰਘ ਇਹਨਾਂ ਦੇ ਪਾਏ ਘੇਰੇ ਵਿੱਚ ਰੋਕੇ ਨਾ ਰੁਕੇ, ਜ਼ਮੀਨ ਖੂਨ ਨਾਲ ਰੰਗੀ ਗਈ। ਹਰਭਜ ਰਾਏ, ਨਾਹਰ ਖਾਂ, ਕਰਮ ਬਖਸ਼, ਨਵਾਬ ਰਸੂਲ ਨਗਰੀਆ, ਅਸਗਰ ਖਾਨ, ਮਖਮੂਰ ਖਾਂ ਆਦਿ ਨਾਮੀ ਸੂਰਮੇ ਮਾਰੇ ਗਏ। ਇਸ ਵੇਲੇ ਸਿੰਘਾਂ ਦਾ ਵੀ ਬੜਾ ਜਾਨੀ ਨੁਕਸਾਨ ਹੋਇਆ। ਇੱਧਰ ਵੀ ਕੋਈ ਕਸਰ ਨਾ ਰਹੀ। ਲਖਪਤ ਰਾਏ ਵਾਲੇ ਪਾਸਿਓਂ ਸਰਦਾਰ ਸੁੱਖਾ ਸਿੰਘ ਵੀ ਮੋੜ ਆਏ। ਉਹ ਖੂਨ ਨਾਲ ਲੱਥਪੱਥ ਸੀ, ਪਰ ਚਿਹਰੇ ਤੇ ਪੀੜ ਦਾ ਕੋਈ ਨਿਸ਼ਾਨ ਨਹੀਂ ਸੀ। ਪਹਿਲਾਂ ਵਰਗਾ ਹੀ ਜਲਾਲ ਸੀ। ਪਹਿਲਾ ਘੱਲੂਕਾਰਾ। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।